ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਐਪੀਸੋਡ ਦੀ। ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਕੌਮਾਂਤਰੀ ਸਫ਼ਰ ਕਰਨ ਕਾਰਨ ਸੁਰਖੀਆਂ ਦੇ ਵਿੱਚ ਆਏ ਆਗੂਆਂ ਦੀ ਸੂਚੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਦੱਸ ਦਈਏ ਕਿ ਕਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਆਗੂਆਂ ਨੇ ਹੈਲਥ ਆਫੀਸ਼ੀਅਲਸ ਦੀ ਸਲਾਹ ਦੇ ਬਾਵਜੂਦ हॉलीडे सीजन दौरान ट्रैवल किया। इस दे चलदियां बीते दिनी अल्बर्टा प्रीमियर जैसन कैनी ने इंटरनेशनल ट्रैवल रिस्ट्रिक्शनस की उलंघना करने वाले 7 MLAs ਨੂੰ डिमोट कर दिता। इस दे नाल ही 2 होर कंजरवेटिव सियासतदान भी इस सूची दे विच शामिल होए। ओंटारियो तो फेडरल कंजरवेटिव MP डेविड स्वीट ने भी हॉलीडे सीजन दौरान विदेश का दौरा किया, जिस तो बाद उन्होंने हाउस ऑफ कॉमन्स की एक्सैस टू इन्फॉर्मेशन प्राइवेसी ਅਤੇ एथिक्स कमेटी के चेयर के अहुदे तो अस्तीफा देना पिया। इस दे नाल ही उन्होंने यह भी ऐलान किया कि वो अगलियां फैडरल चोणां दे विच खड़े नहीं होणगे। इस तो इलावा गर्मियां दौरान विदेश का दौरा करने वाले 3 लिबरल MPs खिलाफ कोई कार्रवाई नहीं की गई। लिबरल विप मार्क हॉलैंड के ऑफिस ने आख्या कि यह तीनों MPs अपने परिवारक मामलों के संबंध में विदेश गए सन, इसलिए उन्होंने खिलाफ कोई कार्रवाई नहीं की गई। पर 2 होर लिबरल MPs ਵੱਲੋਂ हॉलैंड के ऑफिस ਨੂੰ ਆਪਣੇ ट्रैवल की जानकारी नहीं दी गई, इसलिए उन्होंने वाधू पार्लीमेंटरी जिम्मेवारियों तो मुक्त कर दिता गया है। इस संबंधी असीं विस्तार दे विच गलबात कीती सरी सेंटर तो लिबरल मैंबर पार्लीमेंट रणदीप सराय जी दे नाल। सत श्री अकाल रणदीप जी, बहुत-बहुत स्वागत है तुहाडा PDC पंजाबी ते। सत श्री अकाल जी एंड थैंक यू सानू दोबारा मौका दिता जी। रणदीप जी, जिस तरह असीं जानते हैं कि इस वेले कोविड-19 के स्प्रैड नूं घटाउण लई फैडरल और प्रोविंशियल सरकारां वल्लों अपनी तरफ तो रिस्ट्रिक्शनस लगाईयां गईयां हन। इस दे नाल ही हैल्थ ऑफिशल्स वल्लों भी लगातार कैनेडियंस नूं सलाह दित्ती गई कि वो नॉन एसेंशियल जिहड़ा ट्रैवल हैगा वो अवॉइड करन। पर असीं देखिया कि जदों हॉलीडे सीजन सीगा, साडे अपने जिहड़े पॉलिटिशियंस ने उन्हां ने ट्रैवल किया, आउटसाइड कैनेडा ट्रैवल किया। बहुत हैरानी होंदी है जदों असीं देखदे हां कि जिहड़े साडे अपने जिहड़े पॉलिटिशियंस हैगे ने जो कि कंट्री नूं चलाउण दे विच एक अहम भूमिका जिहड़ी हैगी है प्ले करदे ने, निभाउंदे ने, जिहड़े साडे अपने सरकार दे रिप्रैजेंटेटिव्स हन ਉਹ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਹ ਦੇਖੋ ਬਿਲਕੁਲ ਗਲਤ ਆ। ਜਦੋਂ ਤੁਸੀਂ ਨੁਮਾਇੰਦੇ ਹੋ ਕੇ ਜਾਂਦੇ ਆ ਆਪਣੇ ਲੋਕਾਂ ਦੇ, ਤੁਸੀਂ ਰਿਪਰੈਜ਼ੈਂਟੇਟਿਵਸ ਹੈਗੇ ਆ, ਤੁਹਾਡੀ ਜ਼ਿੰਮੇਵਾਰੀ ਬਣਦੀ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਨਾ ਕਰੋ, ਕਾਨੂੰਨ ਦੀ ਪਾਲਣਾ ਕਰੋ ਔਰ ਐਗਜ਼ਾਮਪਲ ਸੈੱਟ ਕਰਕੇ ਸਕ ਬਾਕੀ ਵਿਅਕਤੀਆਂ ਨਾਲੋਂ ਵੀ ਵੱਧ ਕਰੋ। ਅਨਫੋਰਚੂਨੇਟਲੀ ਕਈਆਂ ਨੇ ਇਸ ਨੂੰ ਡਿਸਰਿਗਾਰਡ ਕੀਤਾ, ਕਈਆਂ ਨੇ ਅਬਿਊਜ਼ ਕੀਤਾ ਔਰ ਕਾਫੀ ਚਾਹੇ ਉਹ ਫੈਡਰਲ ਆ ਤੇ ਚਾਹੇ ਉਹ ਪ੍ਰੋਵਿੰਸ਼ੀਅਲ ਆ, ਉਹ ਮਿਨਿਸਟਰ ਜਾਂ MLA ਜਾਂ MP ਆ ਜਿਹੜੇ ਕਿ ਟਰੈਵਲ ਕਰਦੇ ਰਹੇ, ਇਹ ਬਹੁਤ ਗਲਤ ਹੈ ਔਰ ਉਹਨਾਂ 'ਤੇ ਸਾਰਿਆਂ ਦੇ ਉੱਤੇ ਸਖਤੀ ਕੀਤੀ ਜਾਣੀ ਚਾਹੀਦੀ। ਹਾਂ, ਕਈਆਂ ਨੂੰ ਮਜਬੂਰੀਆਂ, ਉਹਨਾਂ ਦੇ ਕੋਈ ਐਸੈਂਸ਼ੀਅਲ ਟਰੈਵਲ ਰਿਕੁਆਇਰਮੈਂਟਸ ਹੈਗੀਆਂ, ਉਹਨਾਂ ਦੀ ਕੋਈ ਮੌਤ ਨੂੰ ਦੇਖਣ ਵਾਸਤੇ ਜਾਂ ਕੋਈ ਗੰਭੀਰ ਸਿਚੁਏਸ਼ਨ ਦੇ ਵਿੱਚ ਇਲਨੈਸ ਆ, ਉਹ ਜ਼ਰੂਰ ਦੂਸਰੀ ਗੱਲ ਬਣਦੀ ਹੈ। ਪਰ ਜਿੱਥੇ ਵਿਅਕਤੀ ਸਿਰਫ ਹੌਲੀਡੇ ਕਰਨ ਵਾਸਤੇ ਜਾ ਰਿਹਾ ਜਾਂ ਛੁੱਟੀਆਂ ਕਰਨ ਜਾਂ ਗਰਮੀ ਵਾਸਤੇ ਜਾ ਰਿਹਾ ਬਿਕਾਜ਼ ਤੁਹਾਡੇ ਆਪ ਦੇ ਸੂਬੇ ਦੇ ਵਿੱਚ ਠੰਡ ਬਹੁਤ ਆ, ਅਸੀਂ ਅੱਕੇ ਪਏ ਆ, ਉਹ ਸਾਰੇ ਕੈਨੇਡੀਅਨ ਜਾਣਾ ਚਾਹੁੰਦੇ ਆ। ਪਰ ਜਦੋਂ ਅਸੀਂ ਐਗਜ਼ਾਮਪਲ ਦੇ ਤੌਰ 'ਤੇ ਕੋਵਿਡ ਨੂੰ ਦੇ ਫੈਲਾਅ ਨੂੰ ਦਬਾਉਣ ਵਾਸਤੇ ਅਸੀਂ ਇਹ ਕੰਟਰੋਲ ਕਰ ਰਹੇ, ਸੋ ਸਾਡਾ ਵੀ ਓਨਾ ਹੀ ਫਰਜ਼ ਬਣਦਾ, ਓਨਾ ਨਹੀਂ ਸਗੋਂ ਵੱਧ ਬਣਦਾ ਫਰਜ਼ ਕਿ ਅਸੀਂ ਕਾਨੂੰਨ ਦੀ ਪਾਲਣਾ ਕਰੀਏ। ਜੀ ਜੀ रणदीप जी, जिस तरह ਅਸੀਂ ਜਾਣਦੇ ਹੈਗੇ ਕਿ ਇਸ ਵੇਲੇ ਕੈਨੇਡਾ ਭਰ ਦੇ ਵਿੱਚ ਕੁਆਰੰਟੀਨ ਰੂਲ ਵੀ ਹੈਗਾ ਹੈ ਐਂਡ ਆਲਸੋ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਜਿਹੜੇ ਕੈਨੇਡਾ ਆ ਰਹੇ ਨੇ, ਬੇਸ਼ੱਕ ਉਹਨਾਂ ਦੀ ਟੈਸਟ ਰਿਪੋਰਟ ਨੈਗੇਟਿਵ ਹੋਏ ਪਰ ਕੁਆਰੰਟੀਨ ਕਰਨਾ ਵੀ ਉਹਨਾਂ ਲਈ ਲਾਜ਼ਮੀ ਹੈਗਾ ਹੈ। ਲੇਕਿਨ ਅਸੀਂ ਦੇਖਿਆ ਕਿ ਕਈ ਲੋਕਾਂ ਨੂੰ ਸ਼ਾਇਦ ਐਗਜ਼ੈਂਪਸ਼ਨ ਵੀ ਦਿੱਤੀ ਜਾ ਰਹੀ ਹੈ। ਸੋ ਕਿਸ ਬਿਹਾਫ ਤੇ ਜਿਹੜੀ ਹੈਗੀ ਹੈ ਕੁਆਰੰਟੀਨ ਦੀ ਐਗਜ਼ੈਂਪਸ਼ਨ ਦਿੱਤੀ ਜਾ ਰਹੀ ਹੈ? ਦੇਖੋ, ਕੁਆਰੰਟੀਨ ਦੀ ਐਗਜ਼ੈਂਪਸ਼ਨ ਨਾਰਮਲੀ ਜਿਹੜੇ ਸਿਰਫ ਅਸੈਂਸ਼ੀਅਲ ਵਰਕਰਸ ਹੈਗੇ, ਜਿਹੜੇ ਕ੍ਰਾਸ ਬਾਰਡਰ ਜਾਂਦੇ ਆ, ਜਿਵੇਂ ਟਰੱਕ ਡਰਾਈਵਰਸ ਹੈਗੇ ਆ, ਇਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਆ। ਕੋਈ ਬਿਜ਼ਨਸ ਵਾਸਤੇ ਜਾਂਦਾ ਬੈਕ ਐਂਡ ਫੋਰਥ, ਫੋਰ ਐਗਜ਼ਾਮਪਲ ਖਾਸ ਕਰਕੇ ਜੇ ਉਹ ਕੋਈ ਫੈਕਟਰੀ ਸੈਟਅਪ ਕਰਦੇ ਆ ਜਾਂ ਉਹ ਸਰਵਿਸ ਸੈਕਟਰ 'ਤੇ ਆ, ਕੋਈ ਵੈਰੀ ਹਾਈ ਸਕਿਲਡ ਇਕੁਇਪਮੈਂਟ ਹੈਗੀ ਆ ਜਿਹਨੂੰ ਕੋਈ ਸਰਵਿਸ ਟੈਕ ਅਮਰੀਕਾ ਤੋਂ ਆਉਂਦਾ ਸਰਵਿਸ ਕਰਨ ਵਾਸਤੇ, ਫੋਰ ਐਗਜ਼ਾਮਪਲ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨੀ ਪੈਂਦੀ। ਜਾਂ ਫਿਲਮ ਇੰਡਸਟਰੀ ਵਾਲੇ ਆ, ਉਹ ਕਾਫੀ ਰਿਗਰਸ ਰਿਸਟ੍ਰਿਕਸ਼ਨਾਂ ਲਾ ਕੇ ਆਪਣੀ ਫਿਲਮ ਸੈੱਟ ਦੇ ਵਿੱਚ ਟੈਸਟਿੰਗ ਡੇਲੀ ਜਾਂ ਹਰ 4 ਦਿਨ ਬਾਅਦ ਕੋਵਿਡ ਟੈਸਟ ਕਰਵਾਉਂਦੇ ਆ, ਉਹ ਉਹਨਾਂ ਟਾਈਪਾਂ ਨੂੰ ਕਈ ਵਾਰੀ ਐਗਜ਼ੈਂਪਸ਼ਨ ਦਿੱਤੀ ਜਾਂਦੀ ਆ। ਅਦਰਵਾਈਜ਼ ਹਰ ਇੱਕ ਨੂੰ ਕੁਆਰੰਟੀਨ ਕਰਨਾ ਪੈਂਦਾ ਔਰ ਕੁਆਰੰਟੀਨ ਕਰਦਿਆਂ ਨੂੰ ਉਹ ਜਿਹੜੇ ਕਾਨੂੰਨ ਆ, ਉਹਨਾਂ ਦੇ ਜਿਹੜੇ ਫਾਈਨਸ ਆ, ਉਹ ਫੈਡਰਲੀ ਸਟੇਟਡ ਆ, ਪਰ ਉਹਨਾਂ ਦੀ ਜਿਹੜੀ ਐਨਫੋਰਸਮੈਂਟ ਆ ਉਹ ਸੂਬੇ ਸਰਕਾਰ ਦੀ ਹੈਗੀ ਹੈ।
ਸੋ ਇਨ ਸਾਡੇ ਕੇਸ ਦੇ ਵਿੱਚ ਹੈਲਥ ਅਥਾਰਟੀ ਤੇ RCMP ਇੱਥੇ ਉਹਨੂੰ ਚੈੱਕ ਕਰਦੀ ਹੈ BC ਦੇ ਵਿੱਚ ਉਹਨਾਂ ਨੂੰ ਡਿਫਰੈਂਟ ਸਿਸਟਮਸ ਹੈਗੇ ਆ ਡੇਲੀ ਕਾਲ ਕਰਦੇ ਆ ਕਈ ਵਾਰੀ ਐਵਰੀ ਸੈਕੰਡ ਡੇ ਕਾਲ ਕਰਦੇ ਆ 70,000 ਤਾਂ ਫਾਈਨ ਹੋ ਸਕਦਾ ਔਰ ਤੁਹਾਨੂੰ ਈਵਨ ਜੇਲ੍ਹ ਵੀ ਹੋ ਸਕਦੀ ਜੇ ਤੁਸੀਂ ਰਿਪੀਟਡ ਉਲੰਘਣਾ ਕਰਦੇ ਆਪਣੇ ਕੁਆਰੰਟੀਨ ਦੀ ਪਰ ਇਹਦੀ ਜਿਹੜੀ ਐਨਫੋਰਸਮੈਂਟ ਆ ਉਹ ਅਗੇਨ ਸੂਬੇ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਔਰ ਮੋਸਟਲੀ ਲੋਕ ਜਦੋਂ ਆਉਂਦੇ ਆ ਕੁਆਰੰਟੀਨ ਕਰ ਰਹੇ ਆ ਔਰ ਪ੍ਰੋਪਰਲੀ ਕਰ ਰਹੇ ਅਨਫੋਰਚੂਨੇਟਲੀ ਕਿਤੇ ਕੇਸ ਹੈਗੇ ਆ ਕਿ ਵੈਰੀ ਸੈਲਡਮ ਜਿਹੜੇ ਆ 1 or 2 ਕੇਸਿਸ ਹੈਗੇ ਆ ਕਿ ਲੋਕ ਜਿਹੜੇ ਉਸ ਦੀ ਕੁਆਰੰਟੀਨ ਦੀ ਉਲੰਘਣਾ ਕਰਦੇ ਆ ਪਰ ਮੈਂ ਇਹ ਜ਼ਰੂਰ ਆਪਣੇ ਖਾਸ ਕਰਕੇ ਲਾਰਜ ਐਕਸਟੈਂਡਡ ਫੈਮਲੀਜ਼ ਜਿਹੜੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਕੁਆਰੰਟੀਨ ਦਾ ਇਹ ਮੀਨ ਨਹੀਂ ਕਿ ਤੁਹਾਡੇ ਘਰ ਦੇ ਵਿੱਚ ਆ ਤੇ ਤੁਹਾਡੇ ਬਾਕੀਆਂ ਦੇ ਨਾਲ ਉਹ ਇੰਟਰੈਕਟ ਕਰ ਸਕਦੇ ਉਹਨਾਂ ਨੂੰ ਸੈਪਰੇਟ ਆਈਸੋਲੇਟਡ ਸੂਈਟ ਦੇ ਵਿੱਚ ਚਾਹੀਦੇ ਆ ਉਹਨਾਂ ਦਾ ਜਿਹੜਾ ਖਾਣਾ ਸੈਪਰੇਟਲੀ ਹੋਣਾ ਚਾਹੀਦਾ ਜਾਂ ਉਹ ਆਪ ਬਣਾਉਣ ਉਹਨਾਂ ਦੀ ਇੰਟਰੈਕਸ਼ਨ ਬਾਕੀਆਂ ਦੇ ਨਾਲ ਨਹੀਂ ਹੋਣੀ ਚਾਹੀਦੀ ਇਸੇ ਤਰ੍ਹਾਂ ਆਪਾਂ ਕੁਆਰੰਟੀਨ ਦੀ ਜਿਹੜੀ ਅਸਲੀ ਰੂਲ ਆ ਔਰ ਉਹਦੀ ਜਿਹੜੀ ਭਾਵਨਾ ਹੈਗੀ ਆ ਉਸ ਨੂੰ ਸੰਬੋਧਨ ਕਰਦਿਆਂ ਹੋਇਆ ਅਸੀਂ ਕੰਟਰੋਲ ਕਰ ਸਕਦੇ ਕੋਵਿਡ ਦੀ ਸਪਰੈਡ ਨੂੰ ਜੀ ਬਿਲਕੁਲ ਰਣਦੀਪ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਕਿ ਫੈਡਰਲ ਔਰ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਬੇਸ਼ੱਕ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹਨ ਸਪਰੈਡ ਨੂੰ ਰੋਕਣ ਲਈ ਪਰ ਹਲੇ ਵੀ ਜਿਹੜੇ ਹੈਲਥ ਆਫੀਸ਼ੀਅਲਸ ਨੇ ਉਹਨਾਂ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਹੋਰ ਸੀਰੀਅਸ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਹੋਰ ਟਾਈਟਰ ਰਿਸਟ੍ਰਿਕਸ਼ਨਸ ਦੀ ਲੋੜ ਹੈਗੀ ਹੈ ਸੋ ਕੀ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਸ ਨੂੰ ਪੁਸ਼ ਕੀਤਾ ਜਾਏਗਾ ਕਿ ਜਿਹੜੀ ਰਿਸਟ੍ਰਿਕਸ਼ਨਸ ਹੈਗੀਆਂ ਨੇ ਉਹ ਹੋਰ ਟਾਈਟ ਕੀਤੀਆਂ ਜਾਣ ਦੇਖੋ ਇਹ ਪ੍ਰੋਵਿੰਸ ਬਾਈ ਪ੍ਰੋਵਿੰਸ ਆ ਔਰ ਫੈਡਰਲ ਗਵਰਨਮੈਂਟ ਨੇ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਹੀ ਸਾਰੇ ਪ੍ਰੀਮੀਅਰਾਂ ਦੇ ਨਾਲ ਗੱਲਬਾਤ ਕੀਤੀ ਹੈ ਖਾਸ ਕਰਕੇ ਕੋਵਿਡ ਦੀ ਰੋਲ ਆਊਟ ਵਾਸਤੇ ਔਰ ਇਸੇ ਤਰ੍ਹਾਂ ਉਹ ਜਿਹੜੀ ਸਪਰੈਡ ਵਾਸਤੇ ਉਹਨੇ ਗੱਲ ਕੀਤੀ ਹੈ ਔਰ ਆਪਾਂ ਦੇਖਿਆ ਕੁਬੈਕ ਦੇ ਵਿੱਚ ਉਹਨੇ ਆਲਰੇਡੀ ਲਾਕਡਾਊਨ ਕਰ ਦਿੱਤਾ ਅਸੀਂ ਫੈਡਰਲੀ ਏਅਰਲਾਈਨਾਂ ਦੇ ਉੱਤੇ ਕਰ ਦਿੱਤਾ ਕਿ ਹਰ ਇੱਕ ਨੂੰ ਕੋਵਿਡ ਟੈਸਟ ਕਰਾਉਣਾ ਪਊਗਾ 72 ਆਵਰਸ ਪ੍ਰਾਇਰ ਟੂ ਬੋਰਡਿੰਗ ਸੋ ਉਹਨਾਂ ਨੂੰ ਉੱਤੇ ਸ਼ਰਤ ਲਾਤੀ ਤਾਂ ਕਿ ਜਿਹੜਾ ਕੋਈ ਫੋਰਨ ਸਪਰੈਡ ਆ ਜਾਂ ਬਾਹਰੋਂ ਕੋਈ ਟਰੈਵਲਰ ਆਉਂਦਾ ਉਹਦੀ ਸਪਰੈਡ ਨਾ ਹੋਵੇ ਐਟਲਾਂਟਿਕ ਕੈਨੇਡਾ ਦੇ ਵਿੱਚ ਉਹ ਬਹੁਤ ਹੀ ਸਖਤ ਆ ਨਿਊ ਬਰੰਜ਼ਵਿਕ ਨੋਵਾ ਸਕੋਸ਼ੀਆ ਨਿਊਫਨਲੈਂਡ ਪ੍ਰਿੰਸ ਐਡਵਰਡ ਆਈਲੈਂਡ ਉਹ ਈਵਨ ਆਪਸ ਵਿੱਚ ਦੇ ਪ੍ਰੋਵਿੰਸ ਵਿੱਚ ਵੀ ਜੇ ਜਾਂਦੇ ਆ ਤਾਂ ਵੀ ਤੁਹਾਨੂੰ ਕੁਆਰੰਟੀਨ ਕਰਨਾ ਪੈਂਦਾ ਸੋ ਉਹਨੀਆਂ ਇੰਨੀਆਂ ਸ਼ਰਤਾਂ ਲਾਈਆਂ ਸੋ ਇਹ ਪ੍ਰੋਵਿੰਸ ਨੂੰ ਅਸੈਸ ਕਰਨਾ ਪੈਂਦਾ ਵੀ ਕਿੱਥੋਂ ਸਪਰੈਡ ਹੋ ਰਿਹਾ ਤਾਂ ਕਿਹੜੀ ਚੀਜ਼ ਤੇ ਸ਼ਰਤ ਲਾਉਣੀ ਚਾਹੀਦੀ ਸੋ ਇਹ ਡਿਫਰੈਂਟ ਤਰੀਕੇ ਜਗ੍ਹਾ ਕਿ ਪਹਿਲਾਂ ਸਮਰ ਦੇ ਵਿੱਚ ਸੋਸ਼ਲ ਗੈਦਰਿੰਗਾਂ ਤੇ ਬਹੁਤ ਲਾਇਆ ਗਿਆ ਸੀ ਵਿਆਹ ਸ਼ਾਦੀਆਂ ਤੇ ਹੁਣ ਉਹ ਨਹੀਂ ਹੈਗੀਆਂ ਪਰ ਵਰਕ ਪਲੇਸਿਸ ਤੇ ਜਾਂ ਜਿਹੜੇ ਕ੍ਰਿਸਮਸ ਟਾਈਮ ਦੇ ਸੋਸ਼ਲ ਗੈਦਰਿੰਗ ਸੀ ਇਹਨਾਂ ਦੇ ਉੱਤੇ ਕੰਟਰੋਲ ਕੀਤਾ ਗਿਆ ਸਾਡੇ BC ਦੇ ਵਿੱਚ ਜਿਹੜਾ ਲਾਕਡਾਊਨ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੁਣ 1 ਮਹੀਨਾ ਹੋਰ ਵੱਧ ਰਿਸਟ੍ਰਿਕਸ਼ਨ ਕੀਤੀਆਂ ਗਈਆਂ ਤਾਂ ਕਿ ਤੁਸੀਂ ਰੈਸਟੋਰੈਂਟ ਵਿੱਚ ਜੇ ਜਾਣਾ ਆਪਣੇ ਪਰਿਵਾਰ ਨਾਲ ਜਿਹੜਾ 6 ਬੰਦਿਆਂ ਦਾ ਤੁਹਾਡਾ ਮੈਕਸਿਮਮ ਬਬਲ ਹੈਗਾ ਉਹਦੇ ਵਿੱਚ ਹੀ ਤੁਸੀਂ ਜਾ ਸਕਦੇ ਆ ਤੁਸੀਂ ਘਰ ਦੇ ਵਿੱਚ ਵੀ ਉਹਨਾਂ ਨਾਲ ਹੀ ਸੋਸ਼ਲ ਇੰਟਰੈਕਟ ਕਰ ਸਕਦੇ ਹੋਰ ਕਿਸੇ ਦੇ ਘਰ ਨਹੀਂ ਜਾਣਾ ਨਾ ਕਿਸੇ ਨੂੰ ਆਪਣੇ ਘਰ ਆਉਣ ਦੇਣਾ ਸੋ ਬਹੁਤ ਟਾਈਟ ਬਬਲ ਕੀਤਾ ਗਿਆ ਆਸ ਆ ਕਿ ਇਹਨਾਂ ਮੈਜਰਸ ਦੇ ਨਾਲ ਅਸੀਂ ਕੰਟਰੋਲ ਕਰ ਸਕਾਂਗੇ ਨਹੀਂ ਤਾਂ ਜਿਹੜੇ ਲੋਕ ਇਹ ਰੀਅਲਾਈਜ਼ ਨਹੀਂ ਕਰਦੇ ਉਹਨਾਂ ਦੇ ਕੋਵਿਡ ਕੇਸ ਆਉਂਦਾ ਮੇਬੀ ਮਾਈਲਡ ਸਿੰਪਟਮਸ ਹੋਣਗੇ ਤਾਂ ਕਹਿੰਦੇ ਕੋਈ ਖਾਸ ਨਹੀਂ ਪਰ ਜੇ ਮਾਈਲਡ ਆ ਮਾਈਲਡ ਦੇ ਨਾਲ ਬੜੇ ਸੀਵੀਅਰ ਵੀ ਆਉਂਦੇ ਆ ਉਹ ਸੀਵੀਅਰ ਜਿਹੜੇ ਕੇਸਿਸ ਜਦੋਂ ਹਸਪੀਟਲ ਜਾਂਦੇ ਆ ਜਿਹੜੇ ਹਸਪੀਟਲ ਦੇ ICU ਯੂਨਿਟ ਜਾਂ ਰੈਸਪੀਰੇਟਰੀ ਯੂਨਿਟ ਆ ਉਹ ਓਵਰਵੈਲਮ ਹੋ ਰਹੇ ਆ ਉਹ ਕਪੈਸਿਟੀ ਸੰਭਾਲ ਨਹੀਂ ਸਕਦੇ ਇਹਨੇ ਉਹਨਾਂ ਨੂੰ ਕਈ ਵਾਰੀ ਚੋਇਸਾਂ ਕਰਨੀਆਂ ਪੈਂਦੀਆਂ ਕਿ ਕਿਹਨੂੰ ਫਿਰ ਸਰਜਰੀ ਕੈਂਸਲ ਕਰਨ ਜਿਵੇਂ ਅਸੀਂ ਦੇਖ ਰਹੇ ਕਿ ਕੈਂਸਰ ਨੂੰ ਡਾਇਗਨੋਸ ਕਰਨ ਵਾਸਤੇ ਬਹੁਤ ਲੋ ਰੇਟ ਇਸ ਸਾਲ ਹੋਇਆ ਬਹੁਤ ਲੋ ਹੋਇਆ ਉਹਦਾ ਮੇਨ ਕੀ ਹੋਣਾ ਕਿ ਇਸ ਸਾਲ ਦੇ ਵਿੱਚ ਲੋਕਾਂ ਕੋ ਹਾਇਰ ਲੈਵਲ ਕੈਂਸਰ ਨਿਕਲਣੀ ਆ ਉਹਨਾਂ ਨੂੰ ਸਟੇਜ 3 ਜਾਂ ਸਟੇਜ 4 ਕਿਉਂਕਿ ਉਹਨੇ ਪਹਿਲਾਂ ਨਹੀਂ ਡਾਇਗਨੋਸ ਕੀਤਾ ਸੋ ਆਪਾਂ ਨੂੰ ਇਹ ਜ਼ਿੰਮੇਵਾਰੀ ਸੋਚ ਕੇ ਸੋਚਣਾ ਚਾਹੀਦਾ ਕਿ ਅਸੀਂ ਇਕੱਲਾ ਸਾਡਾ ਬਚਾਅ ਨਹੀਂ ਕਰਨਾ ਅਸੀਂ ਹੋਰਾਂ ਲੋਕਾਂ ਦਾ ਵੀ ਬਚਾਅ ਕਰਨਾ ਔਰ ਜਿਹੜੇ ਇਕੱਲੇ ਕੋਵਿਡ ਦੇ ਨਾਲ ਨਹੀਂ ਅਫੈਕਟਡ ਜਿਹੜੇ ਅਦਰ ਮੈਡੀਕਲ ਇਲਨੈਸ ਆ ਅਸੀਂ ਉਹਨਾਂ ਦੇ ਉੱਤੇ ਵੀ ਬੋਝ ਪਾ ਰਹੇ ਉਹਨਾਂ ਦੀਆਂ ਸਰਜਰੀਆਂ ਡਿਲੇ ਆ ਉਹਨਾਂ ਦੇ ਡਾਇਗਨੋਸਿਸ ਡਿਲੇ ਹੋ ਰਹੇ ਇਹਦੇ ਕਾਰਨ ਜੀ ਬਿਲਕੁਲ ਰਣਦੀਪ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਹੈਲਥ ਕੇਅਰ ਐਮਰਜੈਂਸੀ ਵੀ ਡਿਕਲੇਅਰਡ ਹੈਗੀ ਹੈ COVID-19 ਦੇ ਨਾਲ ਡੈਥਸ ਤਾਂ ਹੋ ਹੀ ਰਹੀਆਂ ਨੇ ਪਰ ਇੱਕ ਹੋਰ ਜਿਹੜਾ ਮੇਜਰ ਇਸ਼ੂ ਹੈਗਾ ਉਹ ਹੈਗਾ ਡਰੱਗ ਓਵਰਡੋਸਿਸ ਦਾ ਕਾਫੀ ਡੈਥਸ ਰਿਪੋਰਟ ਹੋ ਰਹੀਆਂ ਨੇ ਨਵੰਬਰ ਦੇ ਵਿੱਚ 153 ਡੈਥਸ ਰਿਪੋਰਟ ਹੋਈਆਂ ਜਦਕਿ ਦਸੰਬਰ ਦੇ ਵਿੱਚ ਸਿਰਫ ਸਰੀ ਦੇ ਵਿੱਚ 12 ਘੰਟਿਆਂ ਦੇ ਅੰਦਰ 3 ਡੈਥਸ ਰਿਪੋਰਟ ਹੋਈਆਂ ਸੀਗੀਆਂ ਬੀਇੰਗ ਅ ਫੈਡਰਲ ਰਿਪਰੈਜ਼ੈਂਟੇਟਿਵ ਤੁਹਾਡੇ ਵੱਲੋਂ ਇਸ ਸੰਬੰਧੀ ਕੋਈ ਐਕਸ਼ਨ ਲਿਆ ਗਿਆ ਹੈ ਹਾਂਜੀ ਦੇਖੋ ਅਸੀਂ ਇਹਨਾਂ ਜਦੋਂ ਦੇ ਇਲੈਕਟ ਹੋਏ 2015 ਸਭ ਤੋਂ ਪਹਿਲਾਂ ਇਹਨਾਂ ਨੂੰ ਐਕਸਟਰਾ ਫੰਡਿੰਗ ਦਿੱਤੀ ਸੀ ਕਿਉਂਕਿ ਜਿਹੜੇ ਫਰੰਟ ਲਾਈਨ ਆਫਿਸਰਸ ਹੈਗੇ ਫਾਇਰ ਡਿਪਾਰਟਮੈਂਟ ਵਾਲੇ ਪੈਰਾਮੈਡਿਕ ਔਰ ਪੁਲਿਸ ਅਫਸਰ ਇਹ ਓਵਰਵਰਕਡ ਹੋ ਰਹੇ ਸੀਗੇ ਕੋਵਿਡ ਨੂੰ ਰਿਸਪੌਂਸ ਕਰਦੇ ਨੂੰ ਕਈ ਲੋਕ ਓਵਰਡੋਸ ਕਰਕੇ ਸਵੇਰ ਨੂੰ ਉਹਨਾਂ ਨੂੰ ਰਿਵਾਈਵ ਕਰਦੇ ਸੀ ਸ਼ਾਮ ਨੂੰ ਫੇਰ ਉਹੀ ਸੇਮ
ਓਵਰਡੋਸ ਫੈਂਟਨੋਲ ਦੇ ਉੱਤੇ ਕਰਕੇ ਤਾਂ ਉਹਨਾਂ ਨੂੰ ਰਿਵਾਈਵ ਕੀਤਾ ਜਾ ਰਿਹਾ ਸੀਗਾ। ਸੋ ਉਹ ਉਹਨਾਂ ਨੂੰ ਬੜੇ ਐਗਜ਼ੌਸਟ ਹੋ ਰਹੇ ਸੀ, ਉਹਨਾਂ ਵਾਸਤੇ ਅਸਿਸਟੈਂਸ ਲਈ ਹੋਰ ਪੈਸੇ ਦਿੱਤੇ ਤਾਂ ਕਿ ਹੋਰ ਸ਼ਿਫਟਾਂ ਲਾ ਸਕਣ, ਹੋਰ ਆਫਿਸਰ ਉਹਨਾਂ ਅਫੈਕਟਡ ਏਰੀਆਜ਼ ਦੇ ਵਿੱਚ ਲਾ ਸਕਣ। ਇਸ ਦੇ ਨਾਲ ਨਾਲ ਅਸੀਂ ਲੀਗਲਾਈਜ਼ ਕਰਕੇ ਜੋ ਵੀ ਰਿਕੁਐਸਟ ਕੀਤੀ ਸੀਗੀ ਹੈਲਥ ਅਥਾਰਟੀ BC ਨੇ, ਇੱਕ ਟੂਲ ਕਿੱਟ ਵੇਖ ਕੇ ਜਿਹਦੇ ਨਾਲ ਇਹ ਕਰ ਸਕਦੇ ਆ ਰਿਡਿਊਸ ਓਵਰਡੋਸਿਸ ਫੈਂਟਨੋਲ ਤੇ ਹੋਰ ਓਪੀਓਇਡ ਰਿਲੇਟਡ ਕਾਜ਼ਸ ਦੇ ਨਾਲ ਸੀਗੀਆਂ। ਉਹਦੇ ਵਿੱਚ ਅਸੀਂ ਲੀਗਲਾਈਜ਼ ਹੈਰੋਇਨ, ਜਿਹੜੀ ਪ੍ਰਿਸਕ੍ਰਿਪਸ਼ਨ ਗ੍ਰੇਡ ਹੈਰੋਇਨ ਆ ਜਾਂ ਇਸ ਟਾਈਪ ਆਫ ਓਪੀਓਇਡਸ, ਉਹ ਵੀ ਦਿੱਤੀ ਗਈ ਪ੍ਰੋਵਿੰਸ ਨੂੰ। ਜੇ ਤੁਸੀਂ ਉਹਨਾਂ ਨੂੰ ਫ੍ਰੀ ਦੇ ਤੌਰ ਤੇ ਦੇਣਾ, ਉਹ ਆਪੇ ਆ ਕੇ ਆਪਣੇ ਕਲੀਨਿਕ ਦੇ ਵਿੱਚ ਲਵਾਉਣ, ਉਹ ਵੀ ਕੀਤਾ ਗਿਆ। ਇਸ ਦੇ ਨਾਲ ਸੇਫ ਇੰਜੈਕਸ਼ਨ ਸਾਈਟ ਅਸੀਂ ਬਹੁਤ ਸਾਰੇ ਖੋਲ੍ਹੇ ਜਿਹੜੇ ਕਿ ਬੰਦ ਸੀ, ਪਿਛਲੀ ਸਰਕਾਰ ਨੇ ਨਹੀਂ ਸੀ ਅਲਾਓ ਕੀਤੇ। ਸਾਡੇ ਸਰੀ ਦੇ ਵਿੱਚ ਹੀ 3 ਖੁੱਲ੍ਹੇ ਆ। ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਲੋਕ ਹੈਬਿਚੁਅਲ ਯੂਜ਼ਰ ਆ ਇਹਦੇ ਜਾਂ ਯੂਜ਼ ਕਰਦੇ, ਜੇ ਉਹ ਸੇਫ ਇੰਜੈਕਸ਼ਨ ਸਾਈਟ ਦੇ ਵਿੱਚ ਜਾਂ ਸੇਫ ਕੰਜ਼ੰਪਸ਼ਨ ਸਾਈਟ 'ਤੇ ਜਾ ਕੇ ਯੂਜ਼ ਕਰਦੇ ਆ, ਉਹਦੇ ਵਿੱਚ ਜੇ ਓਵਰਡੋਸ ਹੋ ਜਾਵੇ ਉਹਨਾਂ ਕੋਲ ਬਚਾਅ ਕਰਨ ਦੇ ਸਾਰੇ ਸਾਧਨ ਹੈਗੇ ਆ। ਜੇ ਉਹ ਛੱਡਣਾ ਚਾਹੁਣਗੇ ਡਰੱਗ, ਤੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਗਈਆਂ ਕਿ ਕਿੱਥੋਂ ਉਹ ਨਹੀਂ ਇਹਨਾਂ ਨੂੰ ਡੀ ਐਡਿਕਸ਼ਨ ਸਾਈਟ ਦੇ ਉੱਤੇ ਲੈ ਕੇ ਜਾਣਾ। ਸੋ ਇਹ ਸਾਰੇ ਕੀਤੇ ਜਾ ਰਹੇ। ਅਨਫੋਰਚੂਨੇਟਲੀ ਹਜੇ ਵੀ ਹੈ, ਕਿਉਂਕਿ ਇੱਕ ਚੀਪ ਡਰੱਗ ਆ, ਇਹ ਲੋਕਲੀ ਵੀ ਬਣਾਈ ਜਾਂਦੀ ਆ। ਇਹਦੀਆਂ ਦੋ ਅਸੀਂ ਪਿਲ ਪ੍ਰੈਸ ਵੀ ਬੈਨ ਕੀਤੇ, ਚਾਈਨਾ ਦੇ ਨਾਲ ਵੀ ਵਰਕ ਕੀਤਾ। ਜਿਹੜੀ ਮੇਲ ਦੇ ਵਿੱਚ ਆ ਰਹੀ ਸੀਗੀ, ਅਸੀਂ ਉਹਨੂੰ ਵੀ ਬੰਦ ਕਰਨ ਵਾਸਤੇ 10 ਗ੍ਰਾਮ ਤੋਂ ਘੱਟ ਜਿਹੜੇ ਐਨਵਲਪਸ ਆ ਉਹਨਾਂ ਨੂੰ ਵੀ ਚੈੱਕ ਕੀਤੇ ਜਾ ਰਹੇ। ਫੇਰ ਵੀ ਇਹ ਬੜੀ ਛੋਟੀ ਡਰੱਗ ਆ, ਔਰ ਬਹੁਤ ਇੱਕ ਮੈਨੂੰ ਐਗਜ਼ਾਮਪਲ ਦਿੱਤਾ ਗਿਆ ਸੀ ਕਿ ਇੱਕ ਸ਼ੂ ਬਾਕਸ ਜੇ ਕਿਤੇ ਸਮਗਲ ਹੋ ਕੇ ਆ ਜਾਵੇ, ਉਹ $110 ਮਿਲੀਅਨ ਦੀ ਡਰੱਗ ਨੂੰ ਲੇਸ ਕਰ ਸਕਦੀ ਆ। ਸੋ ਇਮੈਜਿਨ ਕਿੰਨੇ ਹਜ਼ਾਰ ਕੰਟੇਨਰ ਡੇਲੀ ਆਉਂਦੇ ਆ, ਉਹਨਾਂ ਜੇ 100 ਬਾਕਸ ਵੀ ਭੇਜਣ, 100 ਡਿਫਰੈਂਟ ਕੰਟੇਨਰ, ਜੇ ਇੱਕ ਵੀ ਲੰਘ ਗਿਆ ਤਾਂ 99 ਅਸੀਂ ਸੀਜ਼ ਵੀ ਕਰ ਲਈਏ, ਫੇਰ ਵੀ ਉਹ ਫੈਲ ਜਾਂਦੀ। ਸੋ ਉਹਦੇ ਵਾਸਤੇ ਅਸੀਂ ਜਿਹੜੇ ਰੂਟ ਕਾਜ਼ਸ ਜਾਂ ਜਿਨ੍ਹਾਂ ਨੂੰ ਮੈਡੀਕਲ ਹੈਲਪ ਚਾਹੀਦੀ, ਉਹਨਾਂ ਵਾਸਤੇ ਅਸਿਸਟੈਂਸ ਦੇ ਰਹੇ ਹਾਂ। ਜੀ ਲਾਸਟ ਕੁਐਸਚਨ ਬਿਫੋਰ ਆਈ ਲੈਟ ਯੂ ਗੋ। ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਹਾਂ ਕਿ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਕਈ ਮਹੀਨਿਆਂ ਤੋਂ ਚੱਲ ਰਿਹਾ ਹੈਗਾ ਐਂਡ ਹੁਣ NRIs ਵੱਲੋਂ ਵੀ ਕਿਸਾਨਾਂ ਨੂੰ ਜਿਹੜਾ ਹੈ ਸਮਰਥਨ ਪੂਰਾ ਦਿੱਤਾ ਜਾ ਰਿਹਾ ਹੈ। ਅਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ ਹੈ, ਤੁਹਾਡੇ ਵੱਲੋਂ ਵੀ, ਕਈ ਮੈਂਬਰ ਪਾਰਲੀਮੈਂਟਸ, ਹੋਰ ਸਿਆਸੀ ਆਗੂਆਂ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਗਿਆ ਤੇ ਕਿਹਾ ਗਿਆ ਕਿ ਸੰਵਿਧਾਨ ਦੇ ਦਾਇਰੇ 'ਚ ਰਹਿੰਦੇ ਹਰ ਕਿਸੇ ਨੂੰ ਆਪਣੇ ਅਧਿਕਾਰ ਲੈਣ ਦਾ, ਆਪਣੀ ਮੰਗਾਂ ਅੱਗੇ ਰੱਖਣ ਦਾ ਅਧਿਕਾਰ ਹੈਗਾ ਹੈ। ਲੇਕਿਨ ਕਿਤੇ ਨਾ ਕਿਤੇ ਇੰਡੀਅਨ ਗਵਰਨਮੈਂਟ ਨੂੰ ਇਹ ਪਸੰਦ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਇੰਡੀਆ ਦੇ ਨਾਲ ਇਸ ਮਾਮਲੇ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ। ਪਰ ਹਲੇ ਵੀ ਜਿਹੜੇ ਇੱਥੇ ਇੰਡੋ ਕੈਨੇਡੀਅਨਸ ਹੈਗੇ ਨੇ, ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਸਾਡੇ ਇਲੈਕਟਿਡ ਆਫੀਸ਼ੀਅਲਸ ਨੇ, ਉਹਨਾਂ ਨੂੰ ਇੰਡੀਅਨ ਹਾਈ ਕਮਿਸ਼ਨ ਦੇ ਕੋਲ ਕੰਟੈਕਟ ਕਰਨਾ ਚਾਹੀਦਾ ਹੈ ਇਸ ਮਾਮਲੇ ਸੰਬੰਧੀ। ਬਿਲਕੁਲ, ਦੇਖੋ ਇਹ ਇੰਡੀਆ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ, ਇਹਦੇ ਵਿੱਚ ਸਾਡੇ ਕੈਨੇਡੀਅਨ ਡਾਇਆਸਪੋਰਾ ਦੇ ਵਿੱਚ ਮਿਲੀਅਨ ਪਲੱਸ ਇੰਡੀਅਨਸ ਰਹਿ ਰਹੇ ਆ ਜਿਹੜੇ ਕਿ ਹੁਣ ਕੈਨੇਡੀਅਨ ਸਿਟੀਜ਼ਨ ਦੇ ਪੀਆਰ, ਪਰ ਉਹਨਾਂ ਦੀ ਧੜਕਣ, ਉਹਨਾਂ ਦਾ ਹਿਰਦਾ ਹਜੇ ਵੀ ਉੱਥੇ ਹੈਗਾ। ਉਹਨਾਂ ਦੇ ਵਿੱਚੋਂ ਮੇਰੇ ਹਿਸਾਬ ਦੇ ਨਾਲ 85-90% ਕਿਸਾਨ ਫੈਮਲੀਆਂ ਦੇ ਵਿੱਚੋਂ ਆਏ ਨੇ। ਸੋ ਉਹਨਾਂ ਨਾਲ ਕਾਫੀ ਨੈਚੁਰਲ ਉਹਨਾਂ ਦੀ ਇਸ਼ੂ ਦੇ ਨਾਲ ਨੇੜਤਾ ਹੈਗੀ ਆ, ਔਰ ਉਹ ਉਹਨਾਂ ਦੇ ਕੰਸਰਨਸ ਨੂੰ ਅੰਡਰਸਟੈਂਡ ਕਰਦੇ ਆ। ਇਸ ਕਰਕੇ ਉਹ ਆਪਣੇ MPਆਂ ਨੂੰ, ਆਪਣੇ ਮੈਂਬਰਸ ਆਫ ਪਾਰਲੀਮੈਂਟ, ਗਵਰਨਮੈਂਟ ਪ੍ਰਧਾਨ ਮੰਤਰੀ ਨੂੰ ਵੀ ਉਹ ਅਰਜ਼ ਕਰਦੇ ਆ ਕਿ ਉਹਨਾਂ ਦੀ ਖਾਸ ਕਰਕੇ ਜਿੱਥੇ ਕੈਨੇਡਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਫ੍ਰੀ ਐਂਡ ਡੈਮੋਕ੍ਰੈਟਿਕ ਪ੍ਰੋਟੈਸਟ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ, ਔਰ ਅਸੀਂ ਕਰਦੇ ਹਾਂ ਔਰ ਅਗਾਂਹ ਵੀ ਕਰਾਂਗੇ। ਔਰ ਇਕੱਲਾ ਇੰਡੀਆ ਦੇ ਵਿੱਚ ਨਹੀਂ, ਜਦੋਂ ਹਾਂਗਕਾਂਗ 'ਚ ਵੀ ਪ੍ਰੋਟੈਸਟ ਚੱਲ ਰਹੇ ਸੀਗੇ, ਅਸੀਂ ਉਹਨਾਂ ਦੇ ਵੀ ਹੱਕ ਦੇ ਵਿੱਚ ਸਪੋਰਟ ਕੀਤੀ ਆ। ਯੂਕਰੇਨ 'ਚ ਵੀ ਕਦੇ ਹੋਇਆ, ਹੋਰ ਵੀ ਦੇਸ਼ਾਂ 'ਚ ਹੋਇਆ। ਅਮਰੀਕਾ ਦੇ ਵਿੱਚ ਹੁਣ ਆਪਾਂ ਕੱਲ੍ਹ ਪਰਸੋਂ ਦੇਖਿਆ ਸੀ, ਉਹਦੇ ਵਿੱਚ ਵੀ ਜਿਹੜੇ ਫ੍ਰੀ ਐਂਡ ਡੈਮੋਕ੍ਰੈਟਿਕ ਪ੍ਰੋਟੈਸਟ ਕਰਨ ਦਾ ਹੱਕ ਕੀਤਾ, ਬਟ ਵਾਇਲੈਂਸ ਕਰਨ ਵਾਸਤੇ ਜਾਂ ਹੋਰ ਡੈਮੇਜ ਕਰਨ ਵਾਸਤੇ ਕਦੇ ਨਹੀਂ ਸਪੋਰਟ ਕੀਤਾ। ਸੋ ਅਸੀਂ ਅਰਜ਼ ਕਰਦੇ ਹਾਂ ਕਿ ਇੰਡੀਆ ਰਿਜ਼ੋਲਵ ਕਰਕੇ ਇਹ ਫਾਰਮਰਾਂ ਦੇ ਮਸਲੇ ਨੂੰ, ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ, ਤਾਂ ਕਿ ਉਹ ਜਿਹੜੇ ਲੋਕ ਹੈਗੇ ਜਿਹੜੇ ਕਿ ਸਾਨੂੰ ਭੋਜਨ ਸਿਖਾਉਂਦੇ, ਸਾਨੂੰ ਰੋਜ਼ਾਨਾ ਸਾਡਾ ਦਿੰਦੇ ਆ, ਉਹਨਾਂ ਵਾਸਤੇ ਵੀ ਲਾਈਫ ਉਹਨਾਂ ਦੀ ਥੋੜ੍ਹੀ ਬੈਟਰ ਹੋਣ, ਉਹਨਾਂ ਨੂੰ ਸੁਣ। ਔਰ ਮੈਂ ਇਸ ਗੱਲ ਦੇ ਵਿੱਚ ਖੁਸ਼ ਹੈਗਾ ਕਿ ਐਟਲੀਸਟ ਉਹ ਅਫੀਸ਼ੀਅਲ ਟਾਕਸ ਕਰ ਰਹੇ। ਮੇਰੇ ਖਿਆਲ 8ਵਾਂ ਰਾਊਂਡ ਹੋ ਗਿਆ। ਆਸ ਕਰਦਾ ਕਿ ਉਹਨਾਂ ਦੇ ਜੇ 2 ਮਸਲੇ ਮੇਨ ਸੋਲਵ ਹੋ ਗਏ ਤਾਂ ਦੂਸਰੇ 2 ਮਸਲੇ ਵੀ ਰਿਜ਼ੋਲਵ ਕਰਨ, ਔਰ ਕਿਸਾਨਾਂ ਦੇ ਨਾਲ ਰਲ ਕੇ ਇਹ ਗਾਂ ਦੇ ਰੈਜ਼ੋਲੂਸ਼ਨ ਜਾਂ
ਕੋਈ ਵੀ ਅਮੈਂਡਮੈਂਟਸ ਕਰਨ, ਕਿਉਂਕਿ ਅਸੀਂ ਇੱਥੇ ਵੀ ਦੇਖਦੇ ਹੁੰਦੇ ਜਦੋਂ ਅਸੀਂ ਕੋਈ ਵੀ ਕਾਨੂੰਨ ਬਣਾਉਂਦੇ ਹਾਂ, ਜੇ ਅਸੀਂ ਜਿਹੜੇ ਸਟੇਕ ਹੋਲਡਰ ਹੈਗੇ ਆ ਉਹਨਾਂ ਨੂੰ ਆਪਣੇ ਫੋਲਡ ਦੇ ਵਿੱਚ ਲਿਆ ਕੇ ਉਹਨਾਂ ਦੀ ਕਨਸਲਟੇਸ਼ਨ ਲਿਆ ਕੇ ਕਰੀਏ, ਅਸੀਂ ਬੈਟਰ ਰਿਜ਼ਲਟ ਲਿਆ ਸਕਦੇ, ਅਸੀਂ ਜ਼ਿਆਦਾ ਸਿੱਖ ਸਕਦੇ, ਕਿਉਂਕਿ ਅਸੀਂ ਹਰ ਇੱਕ ਕੋਈ ਹੈ ਨਹੀਂਗਾ ਕਿ ਐਕਸਪਰਟ ਹਰ ਇੱਕ ਫੀਲਡ ਦੇ ਵਿੱਚ। ਸੋ ਅਸੀਂ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਦੁੱਖ ਤਕਲੀਫਾਂ ਤੇ ਐਂਡ ਅਕੰਪਲਿਸ਼ਮੈਂਟ ਸੁਣ ਕੇ ਅਸੀਂ ਰਿਜ਼ੋਲਵ ਕਰ ਸਕਦੇ। ਸੋ ਕੈਨੇਡੀਅਨ ਡਾਇਸਪੋਰਾ, ਇੰਟਰਨੈਸ਼ਨਲ ਡਾਇਸਪੋਰਾ ਨੇ ਕਾਫੀ ਏਡ ਵੀ ਭੇਜੀ ਆ, ਚਾਹੇ ਖਾਲਸਾ ਏਡ ਰਾਹੀਂ, ਕਈ ਨੇ ਡਾਕਟਰ ਭੇਜੇ ਆ ਉੱਥੇ, ਕਈ ਨੇ ਮੈਡੀਕਲ ਕਲੀਨਿਕ, ਕਿਸੇ ਨੇ ਟੋਇਲਟਾਂ ਵਾਸਤੇ ਫੰਡਿੰਗ ਦਿੱਤੀ ਆ, ਕਈਆਂ ਨੇ ਜਾ ਕੇ ਆਪਣੇ ਪਿੰਡਾਂ ਤੋਂ ਅਰਜ਼ ਕੀਤਾ ਕਿ ਤੁਸੀਂ ਰਾਸ਼ਨ ਭੇਜੋ, ਕਿਸੇ ਨੇ ਦੁੱਧ ਭੇਜਿਆ। ਸੋ ਇਸ ਤਰ੍ਹਾਂ ਦਾ ਬਹੁਤ ਸਪੋਰਟ ਦੇ ਰਹੇ ਆ ਔਰ ਦੇਣੀ ਚਾਹੀਦੀ ਵੀ ਆ, ਔਰ ਮੈਂ ਆਸ ਕਰਦਾ ਕਿ ਜਲਦੀ ਤੋਂ ਜਲਦੀ ਇਹ ਰਿਜ਼ੋਲਵ ਹੋ ਕੇ ਜਿਹੜੇ ਕਿਸਾਨ ਆ ਉਹ ਆਪਣੇ ਪਿੰਡਾਂ ਵਿੱਚ ਮੁੜ ਕੇ ਜਾਣ ਤੇ ਅਗੇਨ ਆਪਣੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਫੂਡ ਸਪਲਾਈ ਕਰਨਾ ਕੰਟਰੀ ਲਈ, ਉਹ ਲਈ ਕਾਮਯਾਬ ਹੋਣ। ਜੀ ਜੀ ਰਣਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੀ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਫॉर ਜੁਆਇਨਿੰਗ PTC ਪੰਜਾਬੀ ਵਾਂਸ ਅਗੇਨ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ ਵੈਰੀ ਮਚ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਕੈਨੇਡਾ ਭਰ ਦੇ ਵਿੱਚ ਕੋਵਿਡ-19 ਦੇ ਸਪਰੈਡ ਨੂੰ ਰੋਕਣ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਲਗਾਤਾਰ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਵੱਲੋਂ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਵੈਕਸੀਨ ਡੋਜ਼ਸ ਪਹੁੰਚਾਈਆਂ ਜਾ ਰਹੀਆਂ ਹਨ। ਕਿਵੇਂ ਕੰਮ ਕਰਦੀ ਹੈ ਵੈਕਸੀਨ ਅਤੇ ਇੱਕ ਵਿਅਕਤੀ ਲਈ ਕਿੰਨੀਆਂ ਡੋਜ਼ਸ ਲਾਜ਼ਮੀ ਹਨ ਅਤੇ ਕੋਵਿਡ-19 ਦੇ ਨਵੇਂ ਵੇਰੀਐਂਟ ਬਾਰੇ ਅਸੀਂ ਗੱਲਬਾਤ ਕੀਤੀ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਦੇ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ, once again thank you for joining PTC ਪੰਜਾਬੀ। ਸਤਿ ਸ਼੍ਰੀ ਅਕਾਲ ਜਸਲੀਨ ਜੀ, ਥੈਂਕ ਯੂ ਫॉर ਹੈਵਿੰਗ ਮੀ। ਡਾਕਟਰ ਬਾਜਵਾ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਹਾਲ ਹੀ ਦੇ ਵਿੱਚ ਹੈਲਥ ਕੈਨੇਡਾ ਵੱਲੋਂ 2 ਵੈਕਸੀਨਸ ਅਪਰੂਵ ਕੀਤੀਆਂ ਗਈਆਂ ਨੇ, ਇੱਕ ਫਾਈਜ਼ਰ ਬਾਇਓਨਟੈਕ ਐਂਡ ਇੱਕ ਮੋਡਰਨਾ ਵੈਕਸੀਨ ਜਿਹੜੀ ਹੈਗੀ ਉਹ ਅਪਰੂਵ ਕੀਤੀ ਗਈ ਹੈ ਐਂਡ ਕੁਝ ਡੋਜ਼ਸ ਜਿਹੜੀਆਂ ਹੈਗੀਆਂ ਨੇ ਉਹ ਕੈਨੇਡਾ ਪਹੁੰਚ ਗਈਆਂ ਨੇ ਐਂਡ ਫਰੰਟਲਾਈਨ ਵਰਕਰਸ ਨੂੰ ਔਰ ਬਾਕੀ ਜਿਹੜੇ ਪ੍ਰਾਇੋਰਟੀ ਗਰੁੱਪਸ ਹੈਗੇ ਨੇ ਉਹਨਾਂ ਨੂੰ ਵੈਕਸੀਨ ਡੋਜ਼ਸ ਦਿੱਤੀਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਇਹ ਵੈਕਸੀਨ ਕਿਸ ਤਰ੍ਹਾਂ ਕੰਮ ਕਰਦੀ ਹੈ। ਜਸਲੀਨ ਜੀ, ਇਹ ਵੈਕਸੀਨ 2 ਕੰਪਨੀਜ਼ ਨੇ ਅੱਜ ਕੱਲ੍ਹ ਕੱਢ ਦਿੱਤੀਆਂ ਹੋਈਆਂ। ਇਹਨਾਂ ਨੇ ਪ੍ਰੋਡਕਸ਼ਨ ਸ਼ੁਰੂ ਕੀਤੀ ਹੋਈ ਹੈ ਅਤੇ ਇਹ ਸਭ ਤੋਂ ਪਹਿਲਾਂ ਮਾਰਕੀਟ 'ਚ ਆ ਗਈਆਂ ਹੋਈਆਂ। ਪਹਿਲੀ ਹੈਗੀ ਫਾਈਜ਼ਰ ਵਾਲੀ ਅਤੇ ਦੂਜੀ ਹੈਗੀ ਮੋਡਰਨਾ। ਇਹ ਦੋਵੇਂ ਤਕਰੀਬਨ ਬਰਾਬਰ ਵਰਗੀਆਂ ਵੈਕਸੀਨਸ ਨੇ ਅਤੇ ਇੱਕ ਵੈਕਸੀਨ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਇੱਕ ਤੁਹਾਡੀ ਬਾਡੀ ਦੇ ਇਮਿਊਨ ਸਿਸਟਮ ਨੂੰ ਤਿਆਰ ਕਰ ਦਿੰਦੀ ਹੈ, ਉਹਨੂੰ ਦਿਖਾ ਦਿੰਦੀ ਹੈ ਕਿ ਆਹ ਵਾਇਰਸ ਦੀ ਸ਼ਕਲ ਹੈ, ਕਿ ਜਦੋਂ ਇਹ ਵਾਇਰਸ ਆਏਗੀ ਇਮਿਊਨ ਸਿਸਟਮ ਤੋਂ ਪਛਾਣ ਲਈ ਅਤੇ ਉਹ ਪਛਾਣ ਕੇ ਅਤੇ ਛੇਤੀ ਉਹਦੇ 'ਤੇ ਅਸਰ ਕਰਨਾ ਸ਼ੁਰੂ ਕਰ ਦੇ ਕਿ ਇਹ ਵੈਕਸੀਨ ਨੇ ਤੁਹਾਡੇ ਇਮਿਊਨ ਸਿਸਟਮ ਨੂੰ ਦੱਸ ਦੇਣਾ ਕਿ ਆਹ ਵੈਕਸੀਨ ਦੀ ਸ਼ਕਲ ਹੈ। ਜਦੋਂ ਵੀ ਇਹ ਕਿਤੇ ਤੁਹਾਨੂੰ ਦਿਸੇਗੀ ਉਹਦੇ 'ਤੇ ਛੇਤੀ ਤੋਂ ਛੇਤੀ ਅਟੈਕ ਕਰਕੇ ਉਹ ਵਾਇਰਸ ਨੂੰ ਖਤਮ ਕਰ ਦਿਓ। ਇਮਿਊਨ ਸਿਸਟਮ ਅਤੇ ਵੈਕਸੀਨਸ ਇਸ ਤਰ੍ਹਾਂ ਕੰਮ ਕਰਦੀਆਂ ਨੇ। ਜੀ ਲੇਕਿਨ ਡਾਕਟਰ ਬਾਜਵਾ, ਇਹ ਵੀ ਜਾਣਨਾ ਚਾਹਾਂਗੇ ਕਿ ਇੱਕ ਵਿਅਕਤੀ ਲਈ ਕਿੰਨੀ ਡੋਜ਼ਸ ਜ਼ਰੂਰੀ ਹੈਗੀਆਂ ਨੇ ਐਂਡ ਕਿੰਨੇ ਗੈਪ ਦੇ ਵਿੱਚ ਉਹ ਡੋਜ਼ਸ ਹੋਣੀਆਂ ਚਾਹੀਦੀਆਂ ਨੇ। ਜਿਹੜੇ ਫਾਈਜ਼ਰ ਵਾਲਿਆਂ ਨੇ ਜਦੋਂ ਵੈਕਸੀਨ ਕੱਢੀ ਸੀ, ਉਹਨਾਂ ਨੇ ਜਦੋਂ ਟਰਾਇਲਸ ਕੀਤੇ ਸੀਗੇ ਉਹ ਟਰਾਇਲਸ ਦੇ ਵਿੱਚ ਉਹਨਾਂ ਨੇ 3 ਹਫ਼ਤਿਆਂ ਦਾ ਗੈਪ ਪਾਇਆ ਸੀਗਾ। ਸੋ ਹਰੇਕ ਨੂੰ 2 ਡੋਸਿਸ ਲਵਾਉਣੇ ਪੈਣਗੇ, ਤਾਂ ਕਰਕੇ ਉਹ ਫੁੱਲੀ ਇਮਿਊਨ ਕਹਿ ਸਕਦੇ, ਮਤਲਬ 95% ਜਿਹੜੀ ਉਹ ਨੰਬਰ ਦਿੰਦੇ ਆ ਨਾ, 95% ਤਾਂ ਇਫੈਕਟਿਵ ਹੋਏਗੀ ਜੇ ਅਸੀਂ 2 ਡੋਸਿਸ ਲਵਾਓਗੇ 3 ਹਫ਼ਤੇ ਬਾਅਦ ਪਹਿਲੇ ਤੋਂ। ਮੋਡਰਨਾ ਵਾਲੇ ਕਹਿੰਦੇ ਸਾਡੀ ਜਿਹੜੀ ਟਰਾਇਲ ਦੇ ਵਿੱਚ ਅਸੀਂ 4 ਹਫ਼ਤਿਆਂ ਬਾਅਦ ਕੀਤਾ। ਸੋ ਰਫਲੀ ਸਮਵੇਅਰ ਅਰਾਊਂਡ ਦੈਟ ਏਰੀਆ ਦੇ ਵਿੱਚ ਪਹਿਲਾ ਡੋਜ਼ ਲਵਾਉਣਾ ਪਏਗਾ 3 ਜਾਂ 4 ਹਫ਼ਤਿਆਂ ਬਾਅਦ, ਡਿਪੈਂਡਿੰਗ ਔਨ ਤੁਸੀਂ ਕਿਹੜੀ ਲਵਾਈ ਹੈ, ਉਹ ਫਿਰ ਦੂਜੀ ਲਵਾਉਣੀ ਪਏਗੀ। ਉਸ ਤੋਂ ਬਾਅਦ ਫਿਰ ਤੁਹਾਡੇ ਤਕਰੀਬਨ 1 ਹਫ਼ਤੇ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਮੈਂ ਫੁੱਲੀ ਇਮਿਊਨ ਹੈਗਾ ਕਰੋਨਾ ਤੋਂ। ਜੀ ਡਾਕਟਰ ਬਾਜਵਾ, ਅਸੀਂ ਦੇਖਿਆ ਕਿ ਬੇਸ਼ੱਕ ਗਵਰਨਮੈਂਟ ਵੱਲੋਂ ਵੈਕਸੀਨ ਜਿਹੜੀ ਹੈਗੀ ਹੈ ਉਹ ਮੈਂਡੇਟਰੀ ਨਹੀਂ ਕੀਤੀ ਗਈ ਹੈ, ਪਰ ਲੋਕਾਂ ਦੇ ਮਨ 'ਚ ਵੀ ਕਿਤੇ ਨਾ ਕਿਤੇ ਇੱਕ ਡਰ ਹੈਗਾ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। ਸੋ ਕੀ ਲੱਗਦਾ ਤੁਹਾਨੂੰ ਕਿ ਮੈਸੇਜ ਤੁਸੀਂ ਉਹਨਾਂ ਲੋਕਾਂ ਨੂੰ ਦੇਣਾ ਚਾਹੋਗੇ ਕਿ ਜਿਹੜੇ ਕਹਿੰਦੇ ਨੇ ਕਿ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਨੇ? ਦੇਖੋ, ਜਿਹੜਾ ਵੈਕਸੀਨਸ ਵਾਲਾ ਡਿਬੇਟ ਚੱਲ ਰਿਹਾ ਬੜੇ ਸਾਲਾਂ ਤੋਂ ਚੱਲ ਰਿਹਾ। ਕਈ ਲੋਕ ਤਾਂ ਕਹਿਣਗੇ ਜੋ ਮਰਜ਼ੀ ਹੋ ਜਾਏ, ਮੈਂ ਨਾ ਫਲੂ ਸ਼ਾਟ ਵੀ ਨਹੀਂ, ਜਿਹੜੀ ਮਰਜ਼ੀ ਵੈਕਸੀਨ ਹੋਵੇ ਮੈਂ ਨਹੀਂ ਲਵਾਉਣੀ, ਮੈਂ ਆਪਣੇ ਬੱਚੇ ਨੂੰ ਨਹੀਂ ਲਵਾਉਣਾ ਚਾਹੁੰਦੇ ਕਿਉਂਕਿ ਉਹ ਡਰਦੇ ਆ ਉਹਦੇ ਤੋਂ। ਕੁਝ ਲੋਕ ਸੋਚਦੇ ਆ ਕਿ
ਸੇਫਟੀ ਇਹਦੀ ਕੀ ਹੈ ਤੇ ਇਹ ਮੇਰੇ ਵਾਸਤੇ ਸੇਫ ਹੈਗੀ ਕਿ ਨਹੀਂ। ਦੇਖੋ ਫਾਈਜ਼ਰ ਵਾਲਿਆਂ ਨੇ 44,000 ਲੋਕਾਂ ਦੇ ਵਿੱਚ ਟ੍ਰਾਇਲ ਕੀਤਾ ਸੀਗਾ, ਮੋਡਰਨਾ ਵਾਲਿਆਂ ਨੇ 30,000 ਵੋਲੰਟੀਅਰਸ ਦੇ ਵਿੱਚ ਇਹ ਟ੍ਰਾਇਲ ਕੀਤਾ ਸੀਗਾ, ਜਿਹਦੇ ਵਿੱਚ ਕੋਈ ਬਦ ਅਸਰ ਨਹੀਂ ਹੋਇਆ। ਤੇ 70,000 ਤੋਂ 75,000 ਤੇ ਇਹ ਹੋ ਗਏ। ਉਸ ਤੋਂ ਬਾਅਦ 1 ਲੱਖ ਤੋਂ ਉੱਪਰ UK ਦੇ ਵਿੱਚ ਅੱਜ ਤੱਕ ਲੱਗ ਚੁੱਕੇ ਹੈ, ਜਿਨ੍ਹਾਂ ਦੇ ਵਿੱਚ ਕੋਈ ਬਦ ਅਸਰ ਨਹੀਂ ਹੋਇਆ। ਲੱਖ ਤੋਂ ਉੱਪਰ USA ਦੇ ਵਿੱਚ ਲੱਗ ਗਏ ਹੋਏ ਆ, ਤੇ 50,000 ਤੋਂ ਉੱਪਰ ਕੈਨੇਡਾ ਦੇ ਵਿੱਚ ਅੱਜ ਤੱਕ ਲੱਗ ਵੀ ਗਏ ਹੋਏ ਆ, ਜਿਹਨਾਂ ਵਿੱਚ ਕੋਈ ਅਸਰ ਨਹੀਂ ਹੋਇਆ। ਇੰਨੇ ਲੱਖਾਂ ਲੋਕਾਂ ਦੇ ਵਿੱਚ ਲਵਾਉਣ ਤੋਂ ਬਾਅਦ ਤੇ ਹਜੇ ਵੀ ਤੁਹਾਨੂੰ ਹੋਰ ਪ੍ਰੂਫ ਚਾਹੀਦਾ, ਤੇ ਪਤਾ ਨਹੀਂ ਉਸ ਤੋਂ ਬਾਅਦ ਕੀ ਕਹਿ ਸਕਦਾ ਹੋਰ। ਜੀ ਡਾਕਟਰ ਬਾਜਵਾ, ਅਸੀਂ ਇਹ ਵੀ ਦੇਖਿਆ ਕਿ ਰੀਸੈਂਟਲੀ ਜਿਹੜਾ UK ਦੇ ਵਿੱਚ ਨਵਾਂ ਵੇਰੀਐਂਟ ਆਇਆ ਸੀਗਾ COVID-19 ਦਾ, ਉਹਦੇ ਕੁਝ ਕੇਸਿਸ ਹੁਣ ਕੈਨੇਡਾ ਦੇ ਵਿੱਚ ਵੀ ਰਿਕਾਰਡ ਹੋਣੇ ਸ਼ੁਰੂ ਹੋ ਗਏ ਨੇ। ਸਭ ਤੋਂ ਪਹਿਲੇ ਉਹਦੇ ਬਾਰੇ ਥੋੜਾ ਜਾਣਨਾ ਚਾਹਾਂਗੇ। ਹਾਂ, ਜਿਹੜੀ ਵੈਕਸੀਨਸ ਸਾਡੀ ਵਾਇਰਸਿਸ ਕੋਈ ਵੀ ਹੁੰਦੀ ਹੈ ਨਾ, ਤਕਰੀਬਨ ਹਰੇਕ ਵਾਇਰਸ ਥੋੜੀ ਬਹੁਤੀ ਚੇਂਜ ਹੁੰਦੀ ਹੈ, ਇਹਨੂੰ ਮਿਊਟੇਸ਼ਨ ਕਹਿੰਦੇ ਆ, ਰੂਪ ਬਦਲ ਦਿੰਦੀ ਹੈ ਥੋੜਾ ਬਹੁਤਾ ਆਪਣਾ। ਤੇ ਫੋਰ ਐਗਜ਼ਾਮਪਲ ਜਿਹੜੇ ਫਲੂ ਸ਼ਾਟ, ਹਰ ਸਾਲ ਆਪਾਂ ਕਿਉਂ ਫਲੂ ਸ਼ਾਟ ਲਾਉਂਦੇ ਆ? ਕਿਉਂਕਿ ਉਹ ਫਲੂ ਵਾਲੀ ਵਾਇਰਸ ਜਿਹੜੀ ਹੈ ਉਹ ਆਪਣਾ ਰੂਪ ਬਦਲ ਦਿੰਦੀ ਹੈ, ਥੋੜਾ ਬਹੁਤਾ ਰੂਪ ਬਦਲ ਦਿੰਦੀ ਹੈ ਹਰ ਸਾਲ। ਸੋ ਇਸ ਕਰਕੇ ਉਹਦੇ ਵਾਸਤੇ ਹਰੇਕ ਸਾਲ ਉਹਦੇ ਵਾਸਤੇ ਨਵੀਂ ਵੈਕਸੀਨ ਤਿਆਰ ਕਰਨੀ ਪੈਂਦੀ ਹੈ, ਕਿਉਂਕਿ ਆਪਣਾ ਇਮਿਊਨ ਸਿਸਟਮ ਉਹਨੂੰ ਪਛਾਣਦਾ ਨਹੀਂ ਹੈਗਾ। ਸੋ ਇਹੀ ਸੇਮ ਚੀਜ਼ ਕਰੋਨਾ ਵਾਇਰਸ ਦੇ ਨਾਲ ਇਸ ਵੇਲੇ ਹੋ ਰਿਹਾ। ਉਹ ਜਿਹੜੀ ਕਰੋਨਾ ਵਾਇਰਸ ਸੀ ਉਹ ਆਪਣੇ ਥੋੜਾ ਬਹੁਤਾ ਆਪਣਾ ਰੂਪ ਬਦਲ ਲਿਆ ਹੋਇਆ, ਤੇ ਤਾਂ ਕਰਕੇ ਉਹਨੂੰ ਨਵੀਂ ਸਟ੍ਰੇਨ ਆਖਿਆ ਜਾਂਦਾ ਹੈ। ਇੱਕ ਇੰਗਲੈਂਡ ਦੇ ਵਿੱਚ ਕੈਂਟ ਏਰੀਆ ਦੇ ਵਿੱਚ ਪੈਦਾ ਹੋਇਆ ਸੀ ਨਵਾਂ ਸਟ੍ਰੇਨ, ਇੱਕ ਈਸਟ ਅਫਰੀਕਾ ਦੇ ਵਿੱਚ ਤੇ ਇੱਕ ਸਾਊਥ ਅਫਰੀਕਾ ਦੇ ਵਿੱਚ। ਇਸ ਵੇਲੇ 3 ਮੇਜਰ ਸਟ੍ਰੇਨਸ ਨੇ ਜਿਹੜੇ ਆਪਣਾ ਰੂਪ ਬਦਲ ਕੇ ਤੇ ਦੁਨੀਆ ਦੇ ਵਿੱਚ ਆ ਰਹੇ ਆ। ਤੇ ਅਗਲਾ ਕੁਐਸਚਨ ਇਹ ਵੀ ਹੋ ਸਕਦਾ ਕਿ ਇਹ ਨਵੇਂ ਰੂਪ, ਨਵੇਂ ਸਟ੍ਰੇਨ ਦੇ ਉੱਪਰ ਵੈਕਸੀਨ ਅਸਰ ਕਰੇਗੀ ਜਾਂ ਨਹੀਂ। ਸੋ the real answer is only time ਹੀ ਦੱਸ ਸਕੇਗਾ, ਕਿਉਂਕਿ ਜਦੋਂ ਇਹ ਲੋਕਾਂ ਨੂੰ ਵੈਕਸੀਨ ਲੱਗ ਗਈ ਤੇ ਉਹਨਾਂ ਨੂੰ ਨਵੀਂ ਸਟ੍ਰੇਨ ਦੇ ਐਕਸਪੋਜ਼ਰ ਹੋਇਆ ਉਹਨਾਂ ਨੂੰ, ਤੇ ਜਦੋਂ ਉਹ ਬਚ ਗਏ ਉਦੋਂ ਹੀ ਆਪਾਂ ਕਹਿ ਸਕਾਂਗੇ ਕਿ ਹਾਂ ਇਹਦਾ ਅਸਰ ਹੁੰਦਾ ਹੈ। ਪਰ ਸੋ ਫਾਰ ਲੱਗਦਾ ਹੈ ਕਿ ਇਹ ਜਿਹੜੀ ਵੈਕਸੀਨ ਇਹ ਪੁਰਾਣੇ ਸਟ੍ਰੇਨ ਤੇ ਵੀ ਅਸਰ ਕਰੇਗੀ ਤੇ ਨਵੇਂ ਸਟ੍ਰੇਨ ਤੇ ਵੀ ਅਸਰ ਕਰੇਗੀ। ਜੀ ਆਖਰੀ ਸਵਾਲ ਡਾਕਟਰ ਬਾਜਵਾ, ਬਿਫੋਰ ਆਈ ਲੈਟ ਯੂ ਗੋ। ਅਸੀਂ ਦੇਖਿਆ ਕਿ COVID-19 ਦੀ ਜਦੋਂ ਪਹਿਲੀ ਵੇਵ ਆਈ ਸੀਗੀ ਉਦੋਂ ਲੋਕੀ ਬਹੁਤ ਜ਼ਿਆਦਾ ਕੰਸਰਨਿੰਗ ਸੀਗੇ, ਐਂਡ ਸਾਰਿਆਂ ਨੇ ਜਿਹੜੀ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਉਸਨੂੰ ਫੋਲੋ ਕੀਤਾ, ਹੈਲਥ ਆਫੀਸ਼ੀਅਲਸ ਦੀ ਜਿਹੜੀ ਗਾਈਡਲਾਈਨਸ ਹੈਗੀ ਉਸਨੂੰ ਫੋਲੋ ਕੀਤਾ। ਲੇਕਿਨ ਜੇ ਅਸੀਂ ਸੈਕੰਡ ਵੇਵ ਦੇ ਨਾਲ ਕੰਪੇਅਰ ਕਰੀਏ, ਇਸ ਵੇਲੇ ਓਨਟਾਰੀਓ ਲੋਕਡਾਊਨ ਦੇ ਵਿੱਚ ਹੈਗਾ, ਐਂਡ ਸੈਕੰਡ ਵੇਵ ਦੇ ਵਿੱਚ ਲੋਕੀ ਇੰਨਾ ਜ਼ਿਆਦਾ ਕੰਸਰਨਿੰਗ ਨਹੀਂ ਲੱਗ ਰਹੇ, ਲੋਕੀ ਕਾਫੀ ਜ਼ਿਆਦਾ ਐਕਟਿਵ ਹੈਗੇ ਨੇ। ਹਲੇ ਵੀ ਅਗਰ ਅਸੀਂ ਦੇਖੀਏ ਤੇ ਬਾਹਰ ਲੋਕੀ ਘੁੰਮ ਰਹੇ ਨੇ, ਸੋਸ਼ਲ ਡਿਸਟੈਂਸਿੰਗ ਨੂੰ ਨਹੀਂ ਮੇਨਟੇਨ ਕਰ ਰਹੇ। ਜਸਲੀਨ ਜੀ, ਇਸ ਤਰ੍ਹਾਂ ਕਿ ਜਦੋਂ ਇਹ ਨਵੀਂ ਬਿਮਾਰੀ ਆਈ ਸੀ ਨਾ ਫੈਬਰੂਅਰੀ, ਮਾਰਚ, ਅਪ੍ਰੈਲ ਦੇ ਵਿੱਚ, ਤਾਂ ਉਹ ਇੱਕਦਮ ਲੋਕਾਂ ਨੂੰ ਸ਼ੌਕ ਲੱਗਿਆ ਸੀਗਾ, ਤੇ ਉਹ ਸ਼ੌਕ ਦੇ ਵਿੱਚ ਉਹ ਡਰ ਗਏ ਸੀਗੇ, ਤੇ ਤਾਂ ਕਰਕੇ ਉਹਨਾਂ ਨੂੰ ਇਹ ਜਿਹੜੇ ਵੀ ਰੂਲਸ ਦੱਸਦੀ ਸੀ ਗਵਰਨਮੈਂਟ ਉਹ ਉਹਨਾਂ ਨੂੰ ਅਪਣਾਉਂਦੇ ਸੀਗੇ ਤੇ ਵਰਤਦੇ ਸੀਗੇ। ਤੇ ਤਾਂ ਕਰਕੇ ਉਦੋਂ ਪਹਿਲੇ ਲੋਕਡਾਊਨ ਦੇ ਵਿੱਚ ਕਾਫੀ ਅਸਰ ਹੋਇਆ ਸੀਗਾ ਇਹਨੂੰ ਦਬਾਉਣ ਵਾਸਤੇ। ਤੇ ਦੇਖਿਆ ਸੀਗਾ ਕਿ ਕਿਤੇ ਰੋਜ਼ ਦੇ ਕਿਤੇ ਹੰਡਰਡਸ ਆਫ ਕੇਸਿਸ ਤੋਂ ਲੈ ਕੇ ਫਿਊ ਕੇਸਿਸ ਤੱਕ ਹੋਣ ਲੱਗ ਪਏ ਸੀਗੇ ਰੋਜ਼ ਦੇ, ਤੇ ਸਮਰ ਦੇ ਵਿੱਚ। ਉਸ ਤੋਂ ਬਾਅਦ ਜਦੋਂ ਲੋਕ ਥੋੜ੍ਹੇ ਜਿਹੇ ਰਿਲੈਕਸ ਹੋਣ ਲੱਗ ਪਏ, ਜਦੋਂ ਦੇਖਿਆ ਕਿ ਹਰੇਕ ਜਾਣਾ ਨਹੀਂ ਮਰਦਾ ਇਸ ਵਾਇਰਸ ਤੋਂ, ਤੇ ਉਹ ਰਿਲੈਕਸੇਸ਼ਨ ਦੇ ਵਿੱਚ ਆਪਾਂ ਥੋੜ੍ਹੇ ਜਿਹੇ ਹੁਣ ਜ਼ਿਆਦਾ ਹੀ ਉਸ ਪਾਸੇ ਨੂੰ ਚਲੇ ਗਏ ਹੋਏ ਹਾਂ। ਤੇ ਤਾਂ ਕਰਕੇ ਹੁਣ ਆਪਾਂ ਦੇਖ ਰਹੇ ਹਾਂ ਸੈਕੰਡ ਵੇਵ ਦੇ ਵਿੱਚ ਪਹਿਲੀ ਵੇਵ ਨਾਲੋਂ ਕਿਤੇ ਜ਼ਿਆਦਾ ਸਪਰੈਡ ਹੋ ਰਹੀ ਹੈ। ਤੇ ਪਹਿਲੀ ਵੇਵ ਦੇ ਵਿੱਚ ਹਸਪੀਟਲ ਦੇ ਵਿੱਚ ਕਾਫੀ ਹਲੇ ਕਪੈਸਿਟੀ ਸੀਗੀ ਲੋਕਾਂ ਨੂੰ ਸਾਂਭਣ ਵਾਸਤੇ। ਹੁਣ ਇਸ ਵੇਲੇ ਮੈਂ ਤੁਹਾਨੂੰ ਅੱਜ ਵੀ ਕੰਮ ਤੇ ਜਾ ਕੇ ਆਇਆ ਤੇ ਅੱਜ ਵੀ ਦੇਖਿਆ ਕਪੈਸਿਟੀ ਆਲਮੋਸਟ ਪੂਰੀ ਪਹੁੰਚ ਚੁੱਕੀ ਹੋਈ ਹੈ। ਜੇ ਇਸ ਤੋਂ ਕਾਫੀ ਜ਼ਿਆਦਾ ਬੋਝ ਪਿਆ, ਜ਼ਿਆਦਾ ਲੋਕ ਬਿਮਾਰ ਹੋਣ ਲੱਗ ਪਏ, ਤੇ ਫਿਰ ਹੈਲਥ ਕੇਅਰ ਸਿਸਟਮ ਕੋ ਸਾਂਭਿਆ ਨਹੀਂ ਜਾਣਾ ਹੈਗਾ। ਤੇ ਆਪਾਂ ਜਿਵੇਂ ਆਪਾਂ ਭੇਜਦੇ ਹਾਂ ਕਿਸੇ ਨੂੰ ਹਸਪੀਟਲ ਦੇ ਵਿੱਚ, ਤੇ ਐਕਸਪੈਕਟੇਸ਼ਨ ਇਹੀ ਹੈ ਕਿ ਸਾਂਭ ਲੈਣਗੇ, ਇਹ ਨਾ ਹੋਵੇ ਕਿ ਉਹ ਸਾਂਭ ਹੀ ਨਾ ਸਕਣ। ਸੋ ਇਸ ਕਰਕੇ ਬਹੁਤ ਜ਼ਿਆਦਾ ਸਟ੍ਰੈਸ ਇਸ ਵੇਲੇ ਦੇ ਰਿਹਾ ਕਿ ਇਹਨਾਂ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਿਹਦਾ ਹਰੇਕ ਦਾ ਜੀ ਕਰਦਾ ਹੈਗਾ ਕਿ ਆਪਣੇ ਰਿਸ਼ਤੇਦਾਰਾਂ, ਫਰੈਂਡਸ, ਫੈਮਿਲੀ ਦੇ ਵਿੱਚ ਮਿਲਣ ਦਾ, ਉਹ ਐਤਕੀ ਸਿਰਫ 1 ਸਾਲ, ਸਾਰੀ ਜ਼ਿੰਦਗੀ ਦੇ ਵਿੱਚੋਂ 1 ਸਾਲ ਆਪਾਂ ਉਹ ਚੀਜ਼ ਨਾ ਕਰੀਏ, ਇਸ ਬਿਮਾਰੀ ਨੂੰ ਨਾ ਫੈਲਾਈਏ, ਆਪ ਬਚੀਏ, ਆਪਣੇ ਫੈਮਿਲੀ ਨੂੰ ਬਚਾਈਏ, ਆਪਣੀ ਕਮਿਊਨਿਟੀ ਨੂੰ ਬਚਾਈਏ।
ਇਹ ਵੀ ਇਹੀ ਸਮਝ ਲਓ ਕਿ ਤੁਸੀਂ ਇੱਕ ਤਾਂ ਆਪਣੀ ਹਿਫਾਜ਼ਤ ਕਰ ਰਹੇ ਹੋ, ਦੂਜੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਜੇ ਤੁਸੀਂ ਇੱਕ ਦੂਜੇ ਨੂੰ ਨਹੀਂ ਮਿਲ ਰਹੇ ਹੋ, ਬਿਕਾਜ਼ ਯੂ ਆਰ ਪ੍ਰੋਟੈਕਟਿੰਗ ਯੂਰ ਨੇਬਰ। ਜੀ ਐਬਸੋਲੂਟਲੀ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਪੀਟੀਸੀ ਪੰਜਾਬੀ ਐਂਡ ਸਾਰੀ ਜਾਣਕਾਰੀ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ ਜਸਲੀਨ ਜੀ, ਯੂ ਟੂ। ਸੋ NRI ਵਰਲਡ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼।